ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਆਓ ਫਿਰ ਹੁਣ ਖੱਟੀਆਂ ਮਿੱਠੀਆਂ ਗੱਲਾਂ ਕਰਦੇ ਆ ਜੀ। ਇਸ ਠੰਡੇ ਠੰਡੇ ਮੌਸਮ ਦੇ ਵਿੱਚ ਗਰਮਾ ਗਰਮ ਖਬਰਾਂ ਲੈ ਕੇ ਹਾਜ਼ਰ ਨੇ ਜੌਲ ਸਾਹਿਬ। ਜੌਲ ਸਾਹਿਬ, ਅ ਵੈਰੀ ਵੈਰੀ ਗੁੱਡ ਕੋਲਡ ਮਾਰਨਿੰਗ। ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ ਅਰਸ਼, ਤੁਹਾਨੂੰ ਤੇ ਆਪਣੇ ਸਾਰੇ ਸਰੋਤਿਆਂ ਨੂੰ ਵੀ ਗੁੱਡ ਮਾਰਨਿੰਗ ਜੀ। ਮੈਂ ਬਾਹਰ ਗਿਆ, ਮੈਂ ਕਿਹਾ ਯਾਰ ਇਹ ਮੇਰੀ ਤਾਂ ਗੱਡੀਆਂ ਨਹੀਂ ਮੈਨੂੰ ਨਜ਼ਰ ਆ ਰਹੀਆਂ ਇਸ ਵੇਲੇ। ਬਲਿਜ਼ਰਡ ਬਹੁਤ ਇਸ ਵੇਲੇ ਇਨ ਇਫੈਕਟ ਹੈ ਜੀ। 11 ਵਜੇ ਤੱਕ ਬਲਿਜ਼ਰਡ ਇਫੈਕਟ ਹੋਵੇਗਾ, ਸੋ ਪਲੀਜ਼ ਅਗਰ ਤੁਸੀਂ ਅਗਰ ਬਾਹਰ ਨਹੀਂ ਜਾਣਾ ਤਾਂ ਘਰ ਬੈਠੇ ਰਹੋ। ਤੇ ਅੱਜ ਦੀ ਮੇਨ ਖਬਰ ਜੌਲ ਸਾਹਿਬ, ਐਜ਼ ਯੂ ਆਲ ਨੋ ਕਿ ਜੋ ਅੱਜ ਸਕੂਲਸ ਸ਼ੁਰੂ ਹੋਣੇ ਸੀ ਤੇ ਜ਼ੋਨ 1 ਜ਼ੋਨ 2 ਜ਼ੋਨ 3 ਅੱਜ ਇੱਕ ਦਿਨ ਹੋਰ ਸਟੂਡੈਂਟਸ ਨੂੰ ਵੇਟ ਕਰਨਾ ਪਵੇਗਾ ਜੀ। ਬਿਲਕੁਲ ਅਰਸ਼, ਜਿਸ ਤਰ੍ਹਾਂ ਆਪਾਂ ਗੱਲ ਕਰ ਹੀ ਰਹੇ ਸੀਗੇ ਤੇ ਇਹਦੇ ਨਾਲ ਹੀ ਜਾਣੀ ਪਿਛਲੇ ਕਈ ਦਿਨਾਂ ਤੋਂ ਇਹ ਜਿਹੜਾ ਮੌਸਮ ਦੀ ਕਹਿ ਲਓ ਵੀ ਇਹਦਾ ਅੰਦਾਜ਼ਾ ਲਗਾਇਆ ਹੀ ਜਾ ਰਿਹਾ ਸੀਗਾ ਵੀ ਇਸ ਤਰ੍ਹਾਂ ਦਾ ਅੱਜ ਹੋਊਗਾ ਜੀ। ਸੋ ਉਹਦੇ ਲਿਹਾਜ਼ ਨਾਲ ਜੀ ਸਿਚੁਏਸ਼ਨ ਹੁਣ ਟੋਰਾਂਟੋ ਇਲਾਕੇ ਦੇ ਵਿੱਚ ਸਾਰੇ ਲੋਕਾਂ ਦੇ ਸਾਹਮਣੇ ਹੀ ਆ ਤੇ ਲਾਈਫ ਆ ਜਿਹੜੀ ਇੱਕ ਤਰੀਕੇ ਨਾਲ ਸਟੈਂਡ ਸਟਿਲ ਹੀ ਆ। ਸੋ ਇਹ ਐਡਵਾਈਸ ਕੀਤਾ ਜਾਂਦਾ ਵੀ ਘਰਾਂ ਤੋਂ ਜੇ ਕਿਤੇ ਬਾਹਰ ਨਹੀਂ ਜਾਣ ਦੀ ਲੋੜ ਤੇ ਨਾ ਜਾਇਆ ਜਾਵੇ, ਕਿਉਂਕਿ ਲਗਭਗ ਸਾਰਾ ਕੁਝ ਬੰਦ ਵਾਲੀ ਸਿਚੁਏਸ਼ਨ ਨਹੀਂ ਹੈ, ਇਨਕਲੂਡਿੰਗ ਜਾਣੀ ਕਿ ਪੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਜੀ। ਤੇ ਸੜਕਾਂ ਤੇ ਜਿਹੜੇ ਲੋਕ ਨਿਕਲੇ ਨੇ ਹਾਲ ਕੋਈ ਬਹੁਤਾ ਚੰਗਾ ਨਹੀਂ ਹੈ, ਕਿਉਂਕਿ ਜਿਹੜੀ ਆ ਸਨੋ ਹਜੇ ਪੈ ਰਹੀ ਆ। ਬਲੇਜ਼ਰਡ ਦੀ ਤੁਸੀਂ ਗੱਲ ਕੀਤੀ ਹੈ ਜੀ, ਤੇ ਬਲੇਜ਼ਰਡ ਜਿਹੜੇ ਆ ਨਾ ਜੀ ਵੀ ਬਹੁਤ ਰੇਅਰ ਚਾਂਸਸ ਹੁੰਦੇ ਆ ਜਦੋਂ ਇਹ ਅਨਾਊਂਸ ਕੀਤਾ ਜਾਵੇ ਕਿਸੇ ਏਰੀਆ ਦੇ ਵਿੱਚ ਐਨਵਾਇਰਨਮੈਂਟ ਕੈਨੇਡਾ ਦੇ ਵੱਲੋਂ, ਕਿਉਂਕਿ ਇਹਦੀਆਂ ਕੁਝ ਇੱਕ ਕੰਡੀਸ਼ਨਸ ਹੈਗੀਆਂ ਵੀ ਖਾਸ ਤੌਰ ਤੇ ਜੀ ਵੀ ਇੱਕ ਖਾਸ ਸਪੀਡ ਦੇ ਵਿੱਚ ਹਵਾ ਤੇਜ਼ ਵਗਣੀ ਆ। ਇਹਦੇ ਨਾਲ ਹੀ ਫਿਰ ਜਿਹੜਾ ਜੀ ਵੀ ਸਨੋ ਮਤਲਬ ਬਲੋਇੰਗ ਸਨੋ ਜਿਹੜੀ ਕੰਟੀਨਿਊਸਲੀ ਪੈਣੀ ਆ ਤੇ ਉਹ ਫॉर ਕਪਲ ਆਫ ਆਵਰਸ ਪੈਂਦੀ ਹੀ ਰਹਿਣੀ ਆ ਜੀ। ਸੋ ਉਸ ਤਰ੍ਹਾਂ ਦੀਆਂ ਕੰਡੀਸ਼ਨਸ ਇਹ ਲੱਗ ਰਹੀਆਂ ਵੀ ਅਗਲੇ 3-4 ਘੰਟੇ ਹੀ ਨਹੀਂ ਜਾਣੀ ਕਿਹਾ ਤੇ ਜਾ ਰਿਹਾ ਵੀ ਸ਼ਾਮਾਂ ਤੱਕ ਇਹ ਕੰਮ ਏਦਾਂ ਹੀ ਸ਼ਾਇਦ ਚੱਲਦਾ ਰਹੇ। ਤੇ ਆਪਾਂ ਗੱਲ ਕਰ ਰਹੇ ਸੀ ਵੀ ਮੌਸਮ ਠੀਕ ਆ, ਹਰ ਤਰ੍ਹਾਂ ਦਾ ਵੈਲਕਮ ਆ, ਤੇ ਇਹ ਜਿਹੜੇ ਚੁਣੇ ਦਿਨਾਂ ਦੇ ਵਿੱਚੋਂ ਇਸ ਤਰ੍ਹਾਂ ਦੇ ਦਿਨ ਹੁੰਦੇ ਆ ਸਰਦ ਰੁੱਤ ਦੇ ਵਿੱਚ, ਇਸੇ ਕਰਕੇ ਕੈਨੇਡਾ ਜਾਣਿਆ ਜਾਂਦਾ। ਪਰ ਇਹਦੇ ਨਾਲ ਹੀ ਵੀ ਜਾਣੀ ਕੁਝ ਕੁ ਹਰ ਚੀਜ਼ ਦਿੱਤੇ ਸਕੂਲ ਅੱਜ ਬੰਦ ਆ, ਸਭ ਕੁਛ ਹੈ ਨਾ, ਵੀ ਕਈ ਵਾਰੀ ਆਪਾਂ ਜਾਣੀ ਕਾਮਨ ਸੈਂਸ ਯੂਜ਼ ਕਰਨਾ ਭੁੱਲ ਜਾਂਦੇ ਆ। ਕੁਛ ਭੈਣ ਭਰਾਵਾਂ ਦੇ ਫੋਨ ਏਦਾਂ ਆਏ ਵੀ ਜਿਹਨਾਂ ਦਾ ਅੱਜ ਰੋਡ ਟੈਸਟ ਆ ਨਾ, ਉਹ ਕਹਿੰਦੇ ਜੀ ਵੀ ਉਹ ਰੋਡ ਟੈਸਟ ਵਾਲੇ ਸਾਡਾ ਫੋਨ ਨਹੀਂ ਚੱਕ ਰਹੇ ਵੀ ਟੈਸਟ ਸਕੈਜੂਲ ਹੋਇਆ ਵੀ ਹੋ ਜਾਊਗਾ। ਬੰਦਾ ਪੁੱਛੇ ਵੀ ਤੁਸੀਂ ਖਿੜਕੀ ਤੋਂ ਬਾਹਰ ਦੇਖੋ ਤੇ ਤੁਹਾਡਾ ਪੈਰ ਰੱਖਣ ਨੂੰ ਬਾਹਰ ਹੈ ਨਾ, ਤੇ ਨਵਾਂ ਡਰਾਈਵਰ ਟੈਸਟ ਕੀ ਦਊਗਾ ਇਹੋ ਜਿਹੀ ਸੜਕ। ਇਸ ਕਰਕੇ ਕਾਮਨ ਸੈਂਸ ਜਿਹੜੀ ਉਹ ਪ੍ਰਵੇਲ ਕਰਦੀ ਹੈ ਇਸ ਕੰਟਰੀ ਦੇ ਵਿੱਚ। ਨੰਬਰ 1 ਹੀ ਆਪਣੀ ਕਾਮਨ ਸੈਂਸ ਯੂਜ਼ ਕਰਨ ਕਰਕੇ ਸੀਗਾ ਹਨਾ ਜੀ। ਜਿਹੜਾ ਤੁਸੀਂ ਕੰਮ ਕਰਨ ਨਿਕਲਣ ਲੱਗੇ ਆ ਘਰ ਤੋਂ ਬਾਹਰ, ਖੁਦ ਜਰਾ ਸੋਚੋ ਵੀ ਸਿਚੁਏਸ਼ਨ ਕੀ ਚੱਲ ਰਹੀ ਆ। ਵੀ ਇਹਦੇ ਵਿੱਚ ਜੇ ਟੈਸਟ ਹੋਣਾ ਵੀ ਹੋਵੇ ਤੇ ਨਵਾਂ ਡਰਾਈਵਰ ਜੇ ਮਤਲਬ ਚੰਗੀ ਭਲੀ ਸੜਕ ਤੇ ਗੱਡੀ ਚਲਾਉਣੀ ਔਖੀ ਹੋਊ ਹਲੀ, ਤੇ ਇਹੋ ਜਿਹੇ ਰੋਡ ਕੰਡੀਸ਼ਨ ਦੇ ਵਿੱਚ ਕੀ ਕਰੂਗਾ। ਇਸ ਕਰਕੇ ਕੋਈ ਐਸੀ ਗੱਲ ਨਹੀਂ, ਪੈਸੇ ਵੀ ਕਿਤੇ ਨਹੀਂ ਜਾਂਦੇ ਹੁੰਦੇ ਇਸ ਕੰਟਰੀ ਦੇ ਵਿੱਚ। ਆਪਾਂ ਦੇਖਿਆ ਵੀ ਜੇ ਕੁਝ ਕੈਂਸਲੇਸ਼ਨ ਆਫੀਸ਼ੀਅਲੀ ਜਾਂ ਵੈਦਰ ਕੰਡੀਸ਼ਨ ਕਰਕੇ ਵੀ ਜਿਹੜੀਆਂ ਐਸੀਆਂ ਕੁਝ ਸਿਚੁਏਸ਼ਨ ਹੋਣ ਵੀ ਉਹ ਕਰੋ ਵੀ ਰੀਸਕੈਜੂਲ ਹੋ ਜਾਂਦੀਆਂ ਜੀ। ਹਾਂ, ਜਿਹੜੇ ਮੇਰੇ ਵਿਅਕਤੀ ਨੇ ਉਹ ਸਕੈਜੂਲ ਕੀਤੀ ਆ ਅਪੁਆਇੰਟਮੈਂਟ, ਉਹਨੂੰ ਕੋਈ ਉਹਦੀ ਸਜ਼ਾ ਨਹੀਂ ਮਿਲਣ ਵਾਲੀ, ਉਹਦੇ ਪੈਸੇ ਨਹੀਂ ਮਰਨ ਲੱਗੇ ਹਨਾ। ਜ਼ਿਆਦਾ ਇਹ ਹੁੰਦਾ ਵੀ ਮੇਰੀ ਹੁਣ ਸਕੈਜੂਲ ਹੋਈ ਆ ਜੀ ਅਪੁਆਇੰਟਮੈਂਟ, ਉਹ ਫੋਨ ਨਹੀਂ ਚੱਕ ਰਹੇ ਵਗੈਰਾ। ਸੋ ਮੈਂ ਸਮਝਾਂਗਾ ਜੀ ਵੀ ਆਪਣੀ ਇਸ ਵੇਲੇ ਜਿਹੜੀ ਸੇਫਟੀ ਆ ਹਰ ਇੱਕ ਭੈਣ ਭਰਾ ਦੀ, ਜਿੰਨੇ ਕੁ ਦਾ ਉਹ ਟੈਸਟ $150 ਦਾ ਹੈਗਾ ਉਹਦੇ ਨਾਲੋਂ ਵੱਧ ਉਹਦੀ ਵੈਲਿਊ ਆ। ਇਸ ਕਰਕੇ ਇਸ ਸਿਚੁਏਸ਼ਨ ਦੇ ਵਿੱਚ ਆਪਣੀ ਸੇਫਟੀ ਦਾ ਖਿਆਲ ਰੱਖਿਆ ਜਾਵੇ, ਬਾਕੀ ਦੇ ਸਾਰੇ ਕੰਮ ਚੱਲਦੇ ਹੀ ਰਹਿਣਗੇ। ਔਰ ਜੋ ਸਿਟੀ ਨਿਊਜ਼ ਨੇ ਇਸ ਵੇਲੇ ਆਪਣੇ ਫੇਸਬੁੱਕ ਤੇ ਇੱਕ ਪੋਸਟ ਵੀ ਪਾਈ ਹੈ ਜੀ। ਕਈ ਲੋਕ ਇੰਨੇ ਸਟਕ ਨੇ ਜੀ 401 ਦੇ ਉੱਤੇ, ਉਹ ਆਪ ਸਰਕਾਰ ਦੀ ਮਦਦ ਕਰ ਰਹੇ ਨੇ, ਭਾਵ ਆਪ ਗੱਡੀਆਂ ਚੋਂ ਬਾਹਰ ਉਤਰ ਕੇ ਸਨੋ ਸਾਫ਼ ਕਰ ਰਹੇ ਨੇ, ਸ਼ਵਲ ਕਰ ਰਹੇ ਨੇ ਜੀ 401 ਦੇ ਉੱਤੇ। ਇਹੀ ਕੈਨੇਡਾ ਸੀਗਾ, ਇਹੀ ਵੈਸਟਰਨ ਇਹ ਵਰਲਡ ਆ ਵੀ ਇਹਨਾਂ ਲੋਕਾਂ ਨੇ ਜਾਣੀ ਕਿ ਉਲਾਂਭੇ ਤਾਂ ਚਲੋ ਆਪਾਂ ਦਿੰਦੇ ਹੀ ਹੁੰਦੇ ਆ ਨਾ ਸਾਰਾ ਸਾਲ। ਸਰਕਾਰ ਨੂੰ ਵੀ ਮਾੜਾ ਕਹਿਣਾ, ਜੇ ਮੌਕਾ ਲੱਗੇ ਜਾਣੀ ਸਭ ਕੁਛ ਕਰਨਾ ਉਹ ਵੀ, ਇਹਦੇ ਨਾਲ ਜਾਣੀ ਸਹਿਯੋਗ ਵੀ ਕਰਨਾ। ਪਾਰਟ ਆਫ ਪ੍ਰੋਬਲਮ ਨਹੀਂ ਬਣਨਾ, ਪ੍ਰੋਬਲਮ ਨੂੰ ਸੋਲਵ ਕਰਨ ਦੀ ਕੋਸ਼ਿਸ਼ ਵੀ ਕਰਨਾ ਹਨਾ ਉਹਦੇ ਵਾਸਤੇ। ਉਹ ਕਿਸੇ ਦੇ ਕਹਿਣ ਤੋਂ ਬਿਨਾਂ ਹੀ ਜਾਣੀ ਵੋਲੰਟਰਲੀ ਆਪਣੇ ਆਪ ਹੀ ਕਾਮਨ ਸੈਂਸ ਯੂਜ਼ ਕਰਕੇ ਪਿਆ ਇਸ ਵੇਲੇ ਮੈਨੂੰ ਕੁਛ ਵੱਧ ਕਰਨ ਦੀ ਲੋੜ ਆ ਜੀ। ਸੋ ਤਦ ਕਰਕੇ ਜੀ ਵੀ ਹੁਣ ਘਰੋਂ ਘਰ ਹੀ ਜਿਹੜਾ ਭੈਣ ਭਰਾਵਾਂ ਨੇ ਪਹੁੰਚਣਾ ਉਹ ਮਜਬੂਰ ਨੇ, ਆਪੋ ਆਪਣੇ ਜਾਣੀ ਕਿ ਉਹਨਾਂ ਨੇ ਕੰਮਾਂ ਤੇ ਪਹੁੰਚਣਾ ਹੋਵੇ, ਜਿਹਨਾਂ ਦੀਆਂ ਕੋਈ ਅਸੈਂਸ਼ੀਅਲ ਸਰਵਿਸਿਜ਼ ਹੈਗੀਆਂ ਜਾਂ ਜੋ ਵੀ ਕਿਸੇ ਸਿਚੁਏਸ਼ਨ ਦੇ ਵਿੱਚੋਂ ਜ਼ਰੂਰੀ ਜਾ ਰਹੇ ਨੇ। ਬਿਨਾਂ ਲੋੜ ਤੋਂ ਕੋਈ ਨਹੀਂ ਇਹੋ ਜਿਹੇ ਮੌਸਮ ਦੇ ਵਿੱਚ ਨਿਕਲਦੇ ਹੁੰਦੇ, ਪਰ ਉਹਨਾਂ ਨੂੰ ਨਿਕਲਣਾ ਪਿਆ ਹੋਊਗਾ ਕਿਸੇ ਗੱਲ ਕਰਕੇ। ਪਰ ਹੁਣ ਰਾਹਾਂ ਦੇ ਵਿੱਚ ਇਹ ਜਿਹੜੀਆਂ ਗੱਡੀਆਂ ਜਦੋਂ ਫਸ ਜਾਂਦੀਆਂ ਫਿਰ ਆਪਾਂ ਦੇਖਦੇ ਹਾਂ ਵੀ ਨਾ ਅੱਗੇ ਜਾ ਸਕਦੇ ਹਾਂ ਨਾ ਪਿੱਛੇ ਜਾ ਸਕਦੇ ਹਾਂ। ਇਸੇ ਕਰਕੇ ਕਿਹਾ ਜਾਂਦਾ ਆਪਣੀਆਂ ਗੱਡੀਆਂ ਦੇ ਵਿੱਚ ਜਾਣੀ ਕਿ ਵੀ ਕੋਈ ਕਿਸੇ ਵੀ ਇਹੋ ਜਿਹੀ ਸਡਨ ਸਿਚੁਏਸ਼ਨ ਦੇ ਵਾਸਤੇ ਪ੍ਰੈਪਰੇਸ਼ਨ ਹੋਣੀ ਚਾਹੀਦੀ ਆ। ਤੁਹਾਡੇ ਕੋਲ ਫਸਟ ਏਡ ਕਿੱਟ ਹੋਣੀ ਚਾਹੀਦੀ ਆ, ਤੁਹਾਡੀ ਗੱਡੀ ਵਿੱਚ ਕੋਈ ਕੰਬਲ ਹੋਣਾ ਚਾਹੀਦਾ, ਕੋਈ ਮਤਲਬ ਇੰਤਜ਼ਾਮ ਹੋਣਾ ਚਾਹੀਦਾ ਵੀ ਸਰਟਨ ਪੀਰੀਅਡ ਆਫ ਟਾਈਮ ਤੁਹਾਨੂੰ ਜੇ ਰੋਡ ਤੇ ਰੁਕਣਾ ਪੈ ਜੇ
ਤੇ ਜਿਹੜਾ ਠੰਡ ਆ ਵੀ ਉਹਦੇ ਤੋਂ ਤੁਸੀਂ ਆਪਣਾ ਬਚਾਅ ਕਰ ਸਕੋ। ਸੋ ਇਸ ਕਰਕੇ ਬਹੁਤ ਸਾਰੀਆਂ ਗੱਡੀਆਂ ਦਾ ਕਈ ਵਾਰੀ ਯਾਰ ਤੇਲ ਹੀ ਮੁੱਕ ਜਾਂਦਾ ਹੁੰਦਾ ਖੜ ਉੱਥੇ, ਮਤਲਬ ਗੱਡੀਆਂ ਕਿਉਂਕਿ ਬਿਲਕੁਲ ਬਿਲਕੁਲ ਜੀ, ਮੇਰੇ ਘਰ ਦੇ ਸਾਹਮਣੇ ਸਵੇਰੇ ਵਿਚਾਰੇ ਗੱਡੀ ਤੇਲ ਹੀ ਮੁੱਕ ਗਿਆ ਵਿਚਾਰੇ ਤੇ ਮੈਂ ਹੁਣ ਹੈਡ ਟੂ ਡੂ ਦ ਸਟੂਡੀਓ, ਸੋ ਅਸੀਂ ਸੀਏ ਕਾਲ ਕੀਤੀ ਉਸ ਵਿਚਾਰੇ ਵਾਸਤੇ ਤੇ ਉਹ ਹੁਣ ਆਉਣਗੇ ਮਦਦ ਕਰਨ ਲਈ। ਜਾਂ ਹੁਣ ਸੀਏ ਉਹਨਾਂ ਨੇ ਕਿਹੜਾ ਪਲੇਨ ਤੇ ਆ ਜਾਣਾ, ਮਤਲਬ ਹਾਂ, ਉਹਨਾਂ ਨੇ ਵੀ ਟਾਈਮ ਲਾਉਣਾ ਹੀ ਹੈ, ਬਿਲਕੁਲ ਉਹਨਾਂ ਨੂੰ ਵੀ ਟਾਈਮ ਲੱਗਣਾ ਤੇ ਉਹਨਾਂ ਚਿਰ ਹੁਣ ਮਤਲਬ ਠੰਡ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਏਗਾ। ਬਿਲਕੁਲ ਜੀ। ਸੋ ਤਦ ਕਰਕੇ ਇਹ ਆ ਵੀ ਗੱਡੀ ਜਿਹੜੀ ਆ, ਆਪਾਂ ਸਦਾ ਕਹਿੰਦੇ ਆ ਕਸੂਰ ਮੌਸਮ ਦਾ ਨਹੀਂ ਹੁੰਦਾ, ਕਸੂਰ ਕਿਉਂਕਿ ਅਸੀਂ ਕੰਡੀਸ਼ਨ ਦੇ ਲਈ ਆਪਣੇ ਆਪ ਨੂੰ, ਆਪਣੀ ਗੱਡੀ ਨੂੰ ਪ੍ਰੀਪੇਅਰ ਨਹੀਂ ਕੀਤਾ। ਹਾਂ, ਯੂ ਸ਼ੁਡ ਪ੍ਰੀਪੇਅਰ ਯੂਰ ਕਾਰਸ। ਬਿਲਕੁਲ, ਮੌਸਮ ਦਾ ਕਸੂਰ ਨਹੀਂ, ਕਿਉਂਕਿ ਮੌਸਮ ਨੇ ਤੇ ਆਉਣਾ ਹੀ ਆਉਣਾ। ਸਾਨੂੰ ਪਤਾ ਹੈ ਕਿ ਮੌਸਮ ਨੇ ਤਾਂ ਆਉਣਾ ਸੀ, ਪਹਿਲਾਂ ਪ੍ਰੀਪੇਅਰ ਕਰਕੇ ਰੱਖੋ ਆਪਣੇ ਆਪ ਨੂੰ। ਆਪਾਂ 5 ਦਿਨਾਂ ਤੋਂ ਦੱਸ ਰਹੇ ਹਾਂ, ਬਿਲਕੁਲ ਬਿਲਕੁਲ 5 ਦਿਨਾਂ ਤੋਂ, ਯੈਸ 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 5 ਦਿਨਾਂ ਤੋਂ ਦੱਸ ਰਹੇ ਹਾਂ। ਸੋ ਮੇਨ ਸਟ੍ਰੀਮ ਤੋਂ ਅਸੀਂ ਕਾਫੀ ਸਾਰੀ ਇਨਫੋਰਮੇਸ਼ਨ ਸਾਡੀ ਕਮਿਊਨਿਟੀ ਵਾਸਤੇ ਜਿਹੜੀ ਚਾਹੀਦੀ ਹੁੰਦੀ ਆ, ਉਹ ਪਹਿਲਾਂ ਦੇਣ ਦੀ ਕੋਸ਼ਿਸ਼ ਵਿੱਚ ਸਫਲ ਹੋ ਰਹੇ ਹਾਂ। ਰਾਈਟ, ਨਾਲ ਤੇ ਨਹੀਂ ਤੇ ਨਹੀਂ ਦਿੰਦੇ ਆ ਨਾ ਜੀ, ਡਿਪੈਂਡ ਕਰਦਾ ਹੁੰਦਾ ਪ੍ਰੋਗਰਾਮ ਦੇ ਸਮੇਂ ਦੇ ਉੱਤੇ। ਪਰ ਸਾਡੀ ਕੋਈ ਮਤਲਬ ਨਿਊਜ਼ ਆ ਉਹ ਮੇਨ ਸਟ੍ਰੀਮ ਦੇ ਬਰਾਬਰ ਜਾਂ ਉਹਨਾਂ ਤੋਂ ਪਹਿਲਾਂ ਆ ਰਹੀ ਆ, ਫਲੋ ਹੋ ਰਹੀ ਆ ਕਮਿਊਨਿਟੀ। ਬਿਲਕੁਲ ਬਿਲकुल ਜੌਲ ਸਾਹਿਬ, ਇੱਕ ਬੜੀ ਦੁਖਨਾਕ ਖਬਰ ਪਹਿਲਾਂ ਤਾਂ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ, ਜੋ ਆਈ ਥਿੰਕ ਇਟ ਵਾਸ ਵੈਰੀ ਵੈਰੀ ਸੈਡ। ਇੱਕ ਤਾਂ ਇੰਨੇ ਮਿਹਨਤ ਦੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਸਾਡੇ ਧਰਤੀ ਕੈਨੇਡਾ ਦੇ ਉੱਤੇ ਆਉਂਦੇ ਨੇ, ਪਤਾ ਨਹੀਂ ਕਿੰਨੇ ਇੱਕ ਲੱਖਾਂ ਕਰੋੜਾਂ ਰੁਪਇਆ ਲਾ ਕੇ ਇੱਥੇ ਆਉਂਦੇ ਨੇ। ਜਦੋਂ ਇੱਦਾਂ ਦੇ ਹਾਦਸਾ ਹੁੰਦੇ ਨੇ, ਐਟਲੀਸਟ 3 ਪੰਜਾਬੀ ਸਟੂਡੈਂਟਸ ਇੰਕਲੂਡਿੰਗ ਇੱਕ ਲੜਕੀ ਰਿਪੋਰਟਡਲੀ ਹੈਵ ਡਾਈਡ ਇਨ ਕੈਨੇਡਾ, ਚਾਹੇ ਉਹ ਨਾਇਗਰਾ ਰੀਜਨ ਦੇ ਵਿੱਚ ਹੋਵੇ, ਬਰੈਂਪਟਨ ਰੀਜਨ ਦੇ ਵਿੱਚ ਹੋਵੇ, ਸਰੀ ਦੇ ਵਿੱਚ ਹੋਵੇ। ਇਹਨਾਂ ਚੰਦ ਦਿਨਾਂ ਦੇ ਵਿੱਚ ਇਹਨਾਂ ਦੀ ਮੌਤ ਹੋਈ ਹੈ। ਇਹਦਾ ਕੀ ਖਬਰ ਹੈ ਜੀ? ਹਰਸ਼, ਦੇਖੋ ਵੀ ਸਾਲ ਨਵਾਂ ਹੋਵੇ ਜਾਂ ਪੁਰਾਣਾ, ਕੁਛ ਕੁ ਖਬਰਾਂ ਜਿਹੜੀਆਂ ਘਟਨਾਵਾਂ ਸਾਰਾ ਸਾਲ ਵਾਪਰਦੀਆਂ ਰਹਿੰਦੀਆਂ। ਉਹਦੇ ਵਿੱਚ ਇਹ ਵੀ ਆ ਵੀ ਜਿਹੜਾ ਇਹ ਨੌਜਵਾਨ ਇੰਟਰਨੈਸ਼ਨਲ ਲੜਕੇ ਲੜਕੀਆਂ ਆਪਣੇ ਸੁਪਨੇ ਸਜਾ ਕੇ ਇਹਨਾਂ ਮੁਲਕਾਂ 'ਚ ਪਹੁੰਚਦੇ ਨੇ, ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਸਦਰਾਂ ਦੇ ਨਾਲ ਭੇਜਦੇ ਆ, ਅਰਦਾਸਾਂ ਕਰ ਕਰਜ਼ੇ ਚੁੱਕ ਤੇ ਹੋਰ ਪਤਾ ਨਹੀਂ ਕੀ। ਤੇ ਪਰ ਹੁਣ ਇਹ ਜਿਹੜੀ ਸਿਚੁਏਸ਼ਨ ਹੈ ਜੀ ਵੀ ਇਸ ਤਰ੍ਹਾਂ ਦੀ ਲਗਾਤਾਰਤਾ ਦੇ ਨਾਲ ਬਣਦੀ ਆਉਂਦੀ ਆ। ਫਿਊਨਰਲ ਹੋਮ ਵਾਲੇ ਦੱਸਦੇ ਰਹਿੰਦੇ ਆ, ਜਾਂ ਫਿਰ ਇੰਡੀਅਨ ਕੌਂਸੂਲੇਟ ਨਾਲ ਗੱਲ ਕਰ ਲਓ ਵੀ ਤੁਹਾਨੂੰ ਪਤਾ ਵੀ ਜਦੋਂ ਬੋਡੀ ਭੇਜਣ ਦੀ ਗੱਲ ਆਉਂਦੀ ਆ ਤੇ ਫਿਰ ਉਹਨਾਂ ਦਾ ਉਹਦੇ ਵਿੱਚ ਦਖਲ ਹੁੰਦਾ ਹੀ ਆ ਜੀ। ਪਰ ਕੁੱਲ ਮਿਲਾ ਕੇ ਜਾਣੀ ਕਿ ਇਹ ਸਿਚੁਏਸ਼ਨ ਬੜੀ ਅਜੀਬੋ ਗਰੀਬ ਆ। ਵੈਸੇ ਇਨਵੈਸਟੀਗੇਸ਼ਨ ਇਹ ਸਾਰੇ ਅਜੇ ਹੋ ਰਹੀ ਆ ਵੀ ਇਹ ਜਿੰਨੀਆਂ ਵੀ ਮੌਤਾਂ ਹੋਈਆਂ ਆ, ਪਰ ਇਹ ਹੋਈਆਂ ਜਾਣੀ ਪਿਛਲੇ ਵਾਰ ਵਿੱਚ ਹੀ ਆ ਨਾ। ਹੁਣ ਅੱਜ ਤਰੀਕ ਜਾਣੀ ਕਿ ਅਜੇ 17 ਹੀ ਆ ਤੇ ਕੁੱਲ ਮਿਲਾ ਕੇ ਦਿਨ ਤੇ ਅੱਜ 17ਵਾਂ ਹੀ ਆ ਨਵੇਂ ਸਾਲ ਦਾ, ਪਰ ਬੀਤਣਾ ਪੁਰਾਣੇ ਵਾਂਗੂ ਸ਼ੁਰੂ ਹੋ ਗਿਆ। ਹੁਣ ਸ਼ਾਇਦ ਨਵਾਂ ਕਿਸੇ ਨੂੰ ਯਾਦ ਵੀ ਨਾ ਹੋਵੇ ਵੀ ਹੈਪੀ ਨਿਊ ਈਅਰ ਜਾਂ ਵਗੈਰਾ ਵਗੈਰਾ। ਸੋ ਕੁੱਲ ਮਿਲਾ ਕੇ ਲੇਕਿਨ ਕਿ ਇਹ ਹੈ ਜੀ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ, ਇੱਕ ਲੜਕੀ ਵੀ ਇਨਕਲੂਡਿੰਗ ਲੱਗਦੀ ਆ ਵੀ ਇਹ ਜਿਹੜਾ ਨੌਜਵਾਨ, ਇੱਕ ਤੇ ਵੈਸੇ ਉੱਥੇ ਨਾ ਕਹ ਲਓ ਵੀ ਵੈਨਕੂਵਰ ਏਰੀਆ ਦੇ ਵਿੱਚ ਸਰੀ ਦੇ ਨੇੜੇ ਸਿਮਰਜੀਤ ਸਿੰਘ ਆ, ਲੁਧਿਆਣਾ ਨਾਲ ਇਹਨਾਂ ਦਾ ਸੰਬੰਧ ਸੀਗਾ ਵੀ ਉਹਨਾਂ ਦੀ ਉੱਥੇ ਜਾਣੀ ਰਿਆ ਤੇ ਜਿਹੜਾ ਫਰੇਜ਼ਰ ਰਿਵਰ ਦੇ ਉੱਤੇ ਬ੍ਰਿਜ ਬਣਿਆ ਹੋਇਆ, ਉਸ ਏਰੀਆ ਦੇ ਵਿੱਚੋਂ ਪਾਣੀ ਦੇ ਵਿੱਚੋਂ ਬੋਡੀ ਜਿਹੜੀ ਆ ਉਹ ਰਿਕਵਰ ਹੋਈ ਆ। ਇੱਦਾਂ ਹੀ ਉੱਥੇ ਐਬਟਸਫੋਰਡ ਦੇ ਵਿੱਚ ਜਲੰਧਰ ਤੋਂ ਨੌਜਵਾਨ ਸੀਗਾ ਰਾਹੁਲ ਸੁਮਨ, ਉਹ ਵੀ ਪੜ੍ਹਨ ਹੀ ਆਇਆ ਹੋਇਆ ਸੀਗਾ ਤੇ ਇਹਦੀ ਵੀ ਜਾਣੀ ਕਿ ਡੈਥ ਜਿਹੜੀ ਆ ਜੀ ਵੀ ਉੱਥੇ ਸਰਕਮਸਟੈਂਸਸ ਹੁਣ ਕੀ ਹੋਏ ਹੋਣਗੇ ਵੀ ਇਹਦੀ ਕਮਰੇ ਦੇ ਵਿੱਚੋਂ ਹੀ ਬੋਡੀ ਮਿਲੀ ਆ, ਹਨਾ। ਸੋ ਇਸੇ ਤਰ੍ਹਾਂ ਹੀ ਕੁਝ ਸਰਕਮਸਟੈਂਸਸ ਜਿਹੜੇ ਨਿਆਗਰਾ ਦੇ ਵਿੱਚ ਵੀ ਲੜਕੀ ਦੀ ਡੈਥ ਦੇ ਬਣੇ ਹੋ ਸਕਦੇ ਆ। ਸੋ ਫਰਦਰ ਇਨਵੈਸਟੀਗੇਸ਼ਨ ਦਾ ਜਿਹੜੀਆਂ ਜੀ ਵੀ ਉੱਥੇ ਹੁਣ ਪੁਲਿਸ ਕਰਨਗੇ, ਪਰ ਇਹ ਆਪਣੇ ਆਪ ਦੇ ਵਿੱਚ ਅਜੀਬੋ ਗਰੀਬ ਗੱਲ ਆ ਜੀ ਵੀ ਇਸ ਤਰ੍ਹਾਂ ਦਾ ਦੁਖਦਾਈ ਅੰਤ ਇੰਨੀ ਯੰਗ ਏਜ ਦੇ ਵਿੱਚ 18 ਸਾਲ 19 ਸਾਲ। ਹੁਣ ਇਹ ਮੁੰਡਾ ਸਿਮਰਜੀਤ ਜਾਣੀ ਕਿ ਅਜੇ 2-2.5 ਸਾਲ ਹੀ ਆਏ ਹੋਣਗੇ ਇਹਦੇ ਨਾਲ ਹੀ ਜਾਣੀ ਅਜੇ ਉਮਰ ਅੰਡਰ 20 ਸੀਗਾ, ਹਨਾ। ਤੁਸੀਂ ਦੇਖ ਲਓ ਵੀ ਤੈਨੂੰ 2-2.5 ਸਾਲ ਨੂੰ ਆਏ ਨੂੰ ਹੋ ਗਏ ਆ, ਵੀ ਜੇ ਉਹ ਹਜੇ ਅੰਡਰ 20 ਈਅਰਸ ਉਹਦੀ ਏਜ ਆ ਤੇ ਵੀ ਆਇਆ ਤੇ ਫਿਰ 17 ਸਾਲ ਦੀ ਉਮਰ 'ਚ ਹੋਇਆ ਨਾ। ਸੋ ਇੰਨੀ ਯੰਗ ਏਜ ਦੇ ਵਿੱਚ ਜੇ ਬੱਚਿਆਂ ਨੂੰ ਘਰਾਂ ਤੋਂ ਪੇਰੈਂਟਸ ਨੇ ਤੋਰਿਆ ਹੋਇਆ ਤੇ ਇੱਥੇ ਆ ਕੇ ਇਹ ਅੰਤ ਹੋਵੇ ਤੇ ਬਹੁਤ ਵੱਡੀਆਂ ਇਹ ਤਰਾਸਦੀਆਂ ਹੈਗੀਆਂ ਪਰਿਵਾਰਾਂ ਦੇ ਨਾਲ, ਜਿਸ ਦੇ ਲਈ ਜੀ ਵੀ ਦੁੱਖ ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੀ ਜਾ ਸਕਦਾ। ਬਸ ਹੁਣ ਹੋਰ ਉਹ ਕਹਿੰਦੇ ਨਾ ਵੀ ਖਿਲਕੀ 'ਚ ਅਰਦਾਸ, ਜਿੱਥੇ ਕੋਈ ਵਾਹ ਨਾ ਚੱਲੇ ਤੇ ਉੱਥੇ ਤੇ ਫਿਰ ਅਰਦਾਸ ਹੀ ਕੀਤੀ ਜਾ ਸਕਦੀ ਹੈ ਨਾ। ਬਿਲਕੁਲ ਬਿਲਕੁਲ ਜੌਲ ਸਾਹਿਬ, ਵੈਰੀ ਸੈਡ ਨਿਊਜ਼। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਤਾਂ ਹੌਸਲਾ ਦੇਵੇ ਜੀ ਕਿ ਆਪਣੇ ਬੱਚਿਆਂ ਦੇ ਨਾਲ ਇੰਨੀ ਮਿਹਨਤ ਦੇ ਨਾਲ ਭੇਜਦੇ ਨੇ, ਜਦੋਂ ਇੱਦਾਂ ਦੇ ਹਾਦਸਾ ਹੁੰਦੇ ਨੇ ਤਾਂ ਇਟਸ ਵੈਰੀ ਵੈਰੀ ਸੈਡ। ਜੌਲ ਸਾਹਿਬ, ਆਓ ਫਿਰ ਗੱਲਬਾਤ ਕਰੀਏ ਕੁਛ ਫਰਾਡ ਦੀਆਂ, ਕੁਛ ਸਕੀਮੀ ਫਰਾਡ ਦੀਆਂ ਜੋ ਕਿ ਫੇਲ ਹੋ ਚੁੱਕੀਆਂ ਨੇ। ਸਾਡੇ ਵਰਗੇ ਜਿਹੜੇ ਭੋਲੇ ਭਾਲੇ ਲੋਕ ਨੇ ਉਹ ਇਸ ਵਸ਼ ਦੇ ਵਿੱਚ ਆ ਜਾਂਦੇ ਨੇ। ਪਹਿਲਾਂ ਤਾਂ ਬਹੁਤ ਵਧੀਆ ਪੇਮੈਂਟਾਂ ਆਉਂਦੀਆਂ ਨੇ, ਮਹੀਨਾ 2 ਮਹੀਨੇ ਕਿ ਹਾਂ ਵੀ ਸਾਨੂੰ ਤਾਂ ਰਿਟਰਨਾਂ ਆਉਣ ਲੱਗ ਗਈਆਂ। ਚੌਥੇ 5ਵੇਂ ਮਹੀਨੇ ਜਾ ਕੇ ਫਿਰ ਬੰਦੇ ਗਾਇਬ ਹੀ ਹੋ ਜਾਂਦੇ ਨੇ। ਇੱਕ ਬਹੁਤ ਹੀ ਵੱਡਾ ਫਰਾਡ ਸਕੀਮ ਫੇਲ ਹੋਇਆ ਜੀ। ਇਨਵੈਸਟਰਸ ਜਿਨ੍ਹਾਂ ਨੇ ਯੂਜ਼ਡ ਵਹੀਕਲ ਦੇ ਵਿੱਚ ਆਪਣਾ ਪੈਸਾ ਲਾਇਆ ਹੋਵੇਗਾ, ਅਰਾਊਂਡ $12 ਮਿਲੀਅਨ ਦਾ ਇਹ ਫਰਾਡ ਸਕੀਮ ਹੋਇਆ ਜੀ। ਅਰਸ਼, ਭੋਲੇ ਭਾਲੇ ਵੀ ਚਲੋ ਕਹਿ ਲਓ, ਪਰ ਕਿਉਂਕਿ ਲਾਲਚ ਬਲਵਾਨ ਹੈ ਤਬੀਅਤਾਂ ਦੇ ਵਿੱਚ ਨਾ, ਲਾਲਚ ਜਿਹੜਾ ਪ੍ਰਬਲ ਆ
ਤੇ ਮੇਰੇ ਕੋਲ ਜੇ $1 ਆ ਤੇ ਉਹਦੇ 100 ਬਣ ਜਾਣ, ਜੇ 100 ਆ ਤੇ ਉਹਦੇ ਲੱਖ ਬਣ ਜਾਣ, ਦੁੱਗਣੇ ਮਿਲਣ ਲੱਗ ਪੈਣ, ਬਹੁਤ ਜ਼ਿਆਦਾ 10-15-16% ਵਿਆਜ ਮਿਲਣਾ ਲੱਗ ਪਵੇ। ਤੇ ਜਿਹੜਾ ਜਾਣੀ ਕਿ ਸਾਨੂੰ ਏਦਾਂ ਦਾ ਠੱਗ ਜਾਂ ਠੱਗਣੀ ਚੋਗਾ ਪਾਊ, ਅਸੀਂ ਉਹਦੀਆਂ ਗੱਲਾਂ 'ਚ ਆ ਜਾਣਾ। ਤੇ ਉਦੋਂ ਜਾਣੀ ਕਿ ਮੀਡੀਆ ਭਾਵੇਂ ਆਲੇ ਦੁਆਲੇ 'ਚ ਹੀ ਹੋਵੇ, ਪੁਲਿਸਾਂ ਵੀ ਹੋਣ, ਬਾਕੀ ਸਾਰਾ ਸਿਸਟਮ ਵੀ ਹੋਵੇ, ਵੀ ਉਦੋਂ ਨਹੀਂ ਚੇਤਾ ਆਉਂਦਾ ਵੀ ਮੈਂ ਪਹਿਲਾਂ ਵੀ ਕਿਸੇ ਨੂੰ ਪੁੱਛ ਲਵਾਂ। ਉਹ ਤਾਂ ਜਦੋਂ ਫਿਰ ਜਾਣੀ ਕਿ ਉਹ ਠੱਗ ਠੱਗਣੀ ਅਲੋਪ ਹੋ ਜਾਂਦੇ ਆ ਤੇ ਫਿਰ ਵਿਅਕਤੀ ਕਹਿੰਦਾ ਮੈਨੂੰ ਲੁੱਟ ਲਿਆ, ਹਨਾ। ਤੇ ਉਸ ਵੇਲੇ ਪਹਿਲਾਂ ਜਾਣੀ ਕਿ ਜਿਹੜੀ ਲੁੱਟ ਦੀ ਉਹ ਸਕੀਮ ਚੱਲ ਰਹੀ ਹੁੰਦੀ ਆ, ਉਦੋਂ ਖੁਦ ਉਹਦੇ ਵਿੱਚ ਜਾਣੀ ਪੂਰੀ ਦੀ ਪੂਰੀ ਸ਼ਮੂਲੀਅਤ ਕੀਤੀ ਹੁੰਦੀ ਆ। ਤਦੇ ਕਰਕੇ ਲੋਕ ਕਹਿੰਦੇ ਆ ਵੀ ਇਸ ਜਹਾਨ ਦੇ ਵਿੱਚ ਲੋਕ ਤਾਂ ਬੋਰੀਆਂ ਵਿੱਚ ਝੋਲਿਆਂ 'ਚ ਨਹੀਂ, ਬੋਰੀਆਂ 'ਚ ਨੋਟ ਪਾਈ ਫਿਰਦੇ ਤੇ ਫਿਰਦੀਆਂ ਆ ਵੀ ਲੁੱਟਣ ਵਾਲੇ ਤੇ ਵਾਲੀਆਂ ਹੀ ਚਾਹੀਦੇ ਆ। ਬਾਰ ਇੱਕ ਸਾਲ ਦੇ ਵਿੱਚ ਕਿੰਨੀਆਂ ਇਹ ਘਟਨਾਵਾਂ ਵਾਪਰਦੀਆਂ, ਕਿੰਨੀ ਵਾਰ ਸਾਨੂੰ ਦੱਸਣਾ ਪੈਂਦਾ ਵੀ ਦਰਜਨਾਂ ਦੀ ਤਾਦਾਦ ਦੇ ਵਿੱਚ ਲੋਕ ਲੁੱਟੇ ਠੱਗੇ ਗਏ, ਫਰਾਡ ਹੋ ਗਿਆ ਉਹਨਾਂ ਦੇ ਨਾਲ। ਉਹ ਫਰਾਡ ਕਿੱਦਾਂ ਹੋ ਗਿਆ? ਵੀ ਕਿਉਂਕਿ ਉਹਨਾਂ ਨੇ ਖੁਦ ਲਾਲਚ ਦੇ ਵਿੱਚ ਆਪੇ ਹੀ ਤਾਂ ਚੈੱਕ ਲਿਖ ਦਿੱਤੇ, ਉਹ ਆਪੇ ਹੀ ਤਾਂ ਉਹ ਕਾਂਟਰੈਕਟ ਫੇਕ ਐਗਰੀਮੈਂਟ ਜਿਹੜੇ ਬਣੇ ਹੋਏ ਆ ਉਹ ਠੱਗ ਠੱਗਣੀ ਨੇ ਆਪਣੇ ਬਚਾਅ ਲਈ ਬਣਾਏ ਹੋਏ ਆ, ਪਰ ਉਹਨਾਂ ਨੂੰ ਪੜ੍ਹਨ ਤੋਂ ਬਿਨਾਂ ਉਹਨਾਂ ਤੇ ਜਿਹੜੀਆਂ ਘੁੱਗੀਆਂ ਮਾਰੀਆਂ ਹੋਈਆਂ, ਆਪਣੇ ਹੱਥ ਵੀ ਵੱਢ ਕੇ ਦਿੱਤੇ ਹੋਏ ਆ, ਹਨਾ। ਸੋ ਇਸੇ ਤਰ੍ਹਾਂ ਹੀ ਜਾਣੀ ਕਿ ਇਹ ਹੁਣ ਦੇਖੋ ਨਵੇਂ ਇਹ ਤਰੀਕੇ ਆਪਾਂ ਕਹਿੰਦੇ ਲੱਭ ਲੈਂਦੇ ਨੇ ਜਾਂ ਲੱਭ ਲੈਂਦੀਆਂ ਨੇ ਵਾਲੇ ਤੇ ਵਾਲੀਆਂ, ਇਹ ਨੇ ਜਾਣੀ ਕਿ ਭਾਈ ਸਾਹਿਬ ਨੇ ਜਾਣੀ ਕਿ ਵੀ ਇਹ ਟੋਰਾਂਟੋ ਏਰੀਆ ਦੇ ਵਿੱਚ ਹੀ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਅੱਜ ਕੱਲ੍ਹ ਹੁਣ ਸੋਸ਼ਲ ਮੀਡੀਆ ਤੇ ਠੱਗ ਹੋਣ ਲਈ ਜਾਂ ਠੱਗਣ ਲਈ ਘਰੋਂ ਬਾਹਰ ਜਾਣ ਦੀ ਲੋੜ ਥੋੜ੍ਹਾ ਆ। ਘਰੇ ਹੀ ਲੋਕ ਜਾਣੀ ਕਿ ਫੋਨਾਂ ਤੇ ਬੈਠੇ ਨੇ, ਘਰੇ ਹੀ ਲੋਕ ਜਾਣੀ ਕਿ ਆਪਣੇ ਕੰਪਿਊਟਰਾਂ ਦੇ ਅੱਗੇ ਬੈਠੇ ਨੇ, ਖਾ ਪੀ ਕੇ ਜਾਣੀ ਭਲ ਨਹੀਂ ਬਚਦੀ ਵੀ ਉੱਥੇ ਬੈਠੇ ਹੀ ਲੁੱਟ ਹੋ ਜਾਣਾ, ਘਰੇ ਹੀ ਬੈਠੇ। ਅੱਛਾ, ਉਹਨੇ ਜਾਣੀ ਸੋਸ਼ਲ ਮੀਡੀਆ ਰਾਹੀਂ ਅਪਰੋਚ ਕਰਨੀ ਸ਼ੁਰੂ ਕੀਤੀ ਕਿ ਜੀ ਵੀ ਆਹ ਦੇਖੋ ਕੋਵਿਡ ਚੱਲ ਰਿਹਾ ਤੇ ਬਾਹਰ ਕਿਤੇ ਜਿਹੜਾ ਵੀ ਕਾਰਾਂ ਗੱਡੀਆਂ ਇਹਨਾਂ ਦੀ ਪ੍ਰੋਡਕਸ਼ਨ ਰੁਕ ਗਈ ਆ ਤੇ ਨਵੀਆਂ ਕਾਰਾਂ ਗੱਡੀਆਂ ਬਹੁਤ ਔਖੀਆਂ ਹੋ ਗਈਆਂ ਮਿਲਣੀਆਂ, ਵੇਟ ਬਹੁਤ ਕਰਨੀ ਪੈਂਦੀ ਆ, ਇਸ ਕਰਕੇ ਲੋਕ ਜਿਹੜੇ ਆ ਉਹ ਪੁਰਾਣੀਆਂ ਕਾਰਾਂ ਬਹੁਤ ਜ਼ਿਆਦੀਆਂ ਖਰੀਦਣਗੇ ਤੇ ਖਰੀਦ ਰਹੇ ਆ, ਜਿਹਦੇ ਕਰਕੇ ਜਾਣੀ ਪੁਰਾਣੀਆਂ ਕਾਰਾਂ ਬਹੁਤ ਮਹਿੰਗੀਆਂ ਵਿਕੂਗੀਆਂ। ਆਪਾਂ ਕੀ ਕਰੋਗੇ? ਆਪਾਂ ਸਸਤੀਆਂ ਕਾਰਾਂ ਖਰੀਦੂਗੇ ਜਿਹੜੀਆਂ ਯੂਜ਼ਡ ਵਹੀਕਲਸ ਹੋਣਗੀਆਂ ਤੇ ਉਹਨੂੰ ਮਤਲਬ ਡਬਲ ਪ੍ਰਾਈਸ ਦੇ ਵੇਚਣ 'ਚ ਆਪਾਂ ਕਾਮਯਾਬ ਹੋ ਜਾਣਾ। ਹੁਣ ਉਹਦੀਆਂ ਇਹ ਗੱਲਾਂ ਮੰਨਣ ਦੇ ਵਿੱਚ ਜਾਣੀ ਇੰਨੀ ਕੁ ਵੱਡੀ ਤਾਦਾਦ ਦੇ ਵਿੱਚ ਲੋਕ ਮੰਨੀਆਂ ਉਹਨਾਂ ਨੇ ਕਿ $12 ਮਿਲੀਅਨ ਦੀ ਠੱਗੀ ਦਾ ਕੇਸ ਜਿਹੜਾ ਟੋਰਾਂਟੋ ਦੀ ਕੋਰਟ ਦੇ ਵਿੱਚ ਗਿਆ ਹੋਇਆ ਹੈ, ਓਨਟਾਰੀਓ ਸੁਪੀਰੀਅਰ ਕੋਰਟ ਦੇ ਵਿੱਚ। ਇਹ ਮਾਰਕ ਕੋਹਨ ਨਾਮ ਦਾ ਠੱਗ ਹੁਣ ਲੱਭਦਾ ਨਹੀਂ, ਯਾਨੀ ਲਾ ਸੂਟ ਉਹਦੇ ਖਿਲਾਫ ਕੋਰਟ ਦੇ ਵਿੱਚ ਗਿਆ ਹੋਇਆ ਤੇ ਨਾ ਹੁਣ ਪੁਲਿਸ ਨੂੰ ਲੱਭ ਰਿਹਾ ਤੇ ਨਾ ਮੀਡੀਆ ਨੂੰ ਲੱਭ ਰਿਹਾ ਜੀ। ਬਚਾਓ ਜੀ ਬਚਾਓ ਪਲੀਜ਼। ਅਗਰ ਤੁਸੀਂ ਇੱਦਾਂ ਦੇ ਸਕੀਮਾਂ ਦੇ ਵਿੱਚ ਆਪਣੇ ਪੈਸੇ ਪਾਉਣੇ ਵੀ ਚਾਹੁੰਦੇ ਹੋ, ਤੁਸੀਂ ਪਹਿਲਾਂ ਆਪਣੇ ਵਕੀਲ ਦੇ ਨਾਲ, ਆਪਣੇ ਅਕਾਊਂਟੈਂਟ ਦੇ ਨਾਲ ਡਬਲ ਚੈੱਕ ਕਰ ਲਿਆ ਕਰੋ ਕਿ ਇਹ ਜਿਹੜੇ ਕੰਟਰੈਕਟਸ ਨੇ ਇਹ ਵੈਲਿਡ ਵੀ ਨੇ ਕਿ ਇੱਦਾਂ ਹੀ ਫਾਲਸ ਕੰਟਰੈਕਟ ਨੇ। ਪਲੀਜ਼ ਆਪਣੇ ਆਪ ਨੂੰ ਸਿਕਿਉਰ ਰੱਖੋ। ਲੱਗਦਾ ਤਾਂ ਵਧੀਆ ਹੁੰਦੀਆਂ ਸਕੀਮਾਂ ਇੱਦਾਂ ਦੀਆਂ, ਤਾਈਓ ਤਾਂ ਇਟਸ ਟੂ ਗੁੱਡ ਟੂ ਬੀ ਟਰੂ। ਤੇ ਤੁਹਾਨੂੰ ਜਦੋਂ $2000 ਪਹਿਲੇ 5-6 ਮਹੀਨੇ ਆਉਂਦੇ ਆਰਾਮ ਦੇ ਨਾਲ, ਤੁਸੀਂ ਕਹਿੰਦੇ ਹੁਣ ਤਾਂ ਬਈ ਸੂਤ ਲੱਗ ਗਿਆ ਸਾਡਾ, ਇਹ ਹੋ ਗਿਆ ਉਹ ਹੋ ਗਿਆ, ਬਾਅਦ 'ਚ 6ਵੇਂ-8ਵੇਂ ਮਹੀਨੇ ਬਾਅਦ ਬੰਦੇ ਫੋਨ ਨਹੀਂ ਚੱਕ ਰਹੇ। ਬਹੁਤ ਕੇਸਿਸ ਹੋਏ ਨੇ ਜੀ ਰੀਅਲ ਸਟੇਟ ਦੇ ਵਿੱਚ, ਬਹੁਤ ਮੋਰਗੇਜ ਇੰਡਸਟਰੀ ਦੇ ਵਿੱਚ ਵੀ ਹੋਏ ਨੇ ਜੀ, ਹੁਣ ਆਟੋਮੋਬਾਈਲਸ ਦੇ ਵੀ ਹੋ ਰਹੇ ਨੇ। ਸੋ ਪਲੀਜ਼ ਬਚਾਓ ਜੀ ਬਚਾਇਆ ਆਪਣਾ, ਐਂਡ ਪਲੀਜ਼ ਡਬਲ ਚੈੱਕ ਯੋਰ ਕੰਟਰੈਕਟਸ। ਈਵਨ ਇਫ ਯੂ ਬਾਇੰਗ ਅ ਨਿਊ ਹਾਊਸ, ਤੁਹਾਡੇ ਕੋਲ 10 ਦਿਨ ਦਾ ਕੂਲਿੰਗ ਪੀਰੀਅਡ ਹੁੰਦਾ ਹੈ, ਤੁਸੀਂ ਆਪਣੇ ਵਕੀਲਾਂ ਨੂੰ ਚੈੱਕ ਕਰਾਓ। ਜੇ ਤੁਹਾਨੂੰ ਲੱਗਦਾ ਕਿ ਠੀਕ ਹੈ, ਤੁਹਾਡੇ ਵਕੀਲ ਥੰਬਸ ਅਪ ਦਿੰਦੇ ਨੇ, ਦੈਨ ਗੋ ਅਹੈਡ, ਨਹੀਂ ਤਾਂ ਫਿਰ ਤੁਸੀਂ ਆਪਣਾ ਚੈੱਕ ਵਾਪਸ ਵੀ ਲੈ ਸਕਦੇ ਹੋ। ਹਰਸ਼, ਇਹ ਬਹੁਤ ਸਾਹਮਣੇ ਆਉਂਦਾ ਵੀ ਜਦੋਂ ਇੱਕ ਕਿਸੇ ਨੂੰ ਚੈੱਕ ਆਉਣ ਲੱਗ ਜੇ ਨਾ, ਉਹ ਤੇ ਠੱਗਾਂ ਦਾ ਚੋਗਾ ਹੁੰਦਾ। ਠੱਗ ਦਾ ਸਕੀਮ ਦੇ ਮੁਤਾਬਕ ਵੀ 1-2 ਚੈੱਕ ਭੇਜਣੇ ਆ, ਉਹ ਫਿਰ ਜਾਣੀ ਇੰਨੀ ਮਸ਼ਰਾਹਟ ਵਿੱਚ ਵਿਅਕਤੀ ਆ ਜਾਂਦਾ ਜਾਂ ਆ ਜਾਂਦੀ ਆ, ਤੂੰ ਗਾਂ ਆਪਣੇ ਟੱਬਰਾਂ ਨੂੰ ਫਸਾਉਣਾ ਸ਼ੁਰੂ ਕਰ ਦਿੰਦੇ ਵੀ ਤੁਸੀਂ ਫੈਕਟਰੀ 'ਚ ਕਿੱਧਰ ਧੱਕੇ ਖਾ ਰਹੇ ਆ, ਵਰਡ ਆਫ ਮਾਊਥ, ਹਨਾ। ਫਿਰ ਜਿਹਦੇ ਕੋਲ ਨਹੀਂ ਵੀ ਪੈਸੇ, ਉਹਨੇ ਜਾ ਕੇ ਬੈਂਕ ਨਾਲ ਲਾਈਨ ਆਫ ਕ੍ਰੈਡਿਟ ਲੈਣੀ ਸਪੈਸ਼ਲ ਲੁੱਟ ਹੋਣ ਲਈ, ਲੁੱਟ ਹੋਣ ਲਈ। ਸੋ ਉਦੋਂ ਵੀ ਮੀਡੀਆ, ਪੁਲਿਸਾਂ, ਵਕੀਲ ਇੱਥੇ ਸਾਰੇ ਆਲੇ ਦੁਆਲੇ 'ਚ ਹੀ ਹੁੰਦੇ। ਤੁਸੀਂ ਉਦੋਂ ਗੱਲ ਕਰੋ ਵੀ ਮੈਂ ਆਹ ਕਰਨ ਲੱਗੀ ਆ, ਆਹ ਕਰਨ ਲੱਗਾ, ਮੈਂ ਕਰਾਂ ਕਿ ਨਾ। ਲੁੱਟ ਹੋ ਕੇ ਜੇ ਤੁਸੀਂ ਕਹਿੰਦੇ ਵੀ ਮੀਡੀਆ ਕੁਛ ਨਹੀਂ ਕਰਦਾ, ਤੇ ਹੁਣ ਜੇ ਤੁਸੀਂ ਮੀਡੀਆ ਨੂੰ ਸੁਣੋ ਨਾ ਤੇ ਫਿਰ ਮੀਡੀਆ ਵਿੱਚ ਕਰੇ ਵੀ ਕੀ ਹੈ? ਮੀਡੀਆ ਤਾਂ ਬਹੁਤ ਕੁਛ ਕਰਦਾ ਹੋ ਸਕਦਾ, ਪਰ ਉਹਨੂੰ ਜੇ ਸੁਣਨ, ਦੇਖਣ, ਪੜ੍ਹਨ ਵਾਲੇ ਲੋਕਾਂ ਨੇ ਆਪਣੀਆਂ ਅੱਖਾਂ ਹੀ ਜਾਣੀ ਕਿ ਸਕਰੀਨ ਦੇ। ਹੁਣ ਦੇਖੋ, ਕੋਈ ਚੱਜ ਦੀ ਗੱਲ ਭੇਜੋ, ਉਹ 5-7-10 ਬੰਦਿਆਂ ਦਾ ਮਸੀ ਰਿਐਕਸ਼ਨ ਹੋਊਗਾ। ਕੋਈ ਸੜੀ ਗੱਲ ਭੇਜ ਦਿਓ, ਵਾਇਲੈਂਸ, ਕੋਈ ਨੰਗ ਧੜੰਗੀ, ਹਨਾ, ਉੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਵਿਊਜ਼ ਆ ਜਾਂਦੀਆਂ। ਤੇ ਹੁਣ ਇਹ ਲੱਖਾਂ ਨੂੰ ਉਹ ਉਧਰ ਜਾਣੀ ਕਿ ਆਪਣੀ ਤਬੀਅਤ ਦਾ ਸਮਾਂ ਖਰਾਬ ਕਰਦੇ ਆ, ਕੀ ਪਤਾ ਲੱਗਦਾ ਵੀ ਮੀਡੀਆ ਕੀ ਕਰ ਰਿਹਾ। ਬਿਲਕੁਲ। ਤੇ ਜਿੱਦਣ ਕਿਤੇ ਸੁੱਤੇ ਸਿੱਧ ਮੀਡੀਆ ਰੇਡੀਓ ਔਨ ਕਰ ਲਿਆ, ਉਦਣ ਮੀਡੀਆ ਆਹ ਗੱਲ ਨਹੀਂ ਕਰਦਾ, ਉਹ ਗੱਲ ਨਹੀਂ ਕਰਦਾ। ਚਲੋ, ਇਸ ਕਰਕੇ ਏਦਾਂ ਦੇ ਫੋਨ ਹੁਣ ਬਹੁਤ ਆਉਂਦੇ ਹਰਸ਼ ਜੀ।
ਵੀ ਦੇਖੋ ਜਦੋਂ ਇਹ ਵਿਆਹ ਹੁਣ ਕਰਾ ਲਿਆ ਇੱਧਰੋਂ ਉੱਧਰੋਂ ਜਾ ਕੇ ਹਨਾ, ਵੀ ਇਹ ਪਹਿਲੇ ਲੰਬੇ ਸਮਿਆਂ ਤੋਂ ਚੱਲਿਆ ਆ ਰਿਹਾ, ਕੋਈ ਠੱਗ ਲਾੜਾ ਜਾਂ ਠੱਗਣੀ ਲਾੜੀ ਵੀ ਆ ਕੇ ਭੱਜ ਭੁੱਜ ਗਏ, ਵੀ ਜਾਣੀ ਪਹਿਲਾਂ ਉੱਥੇ ਚਪੜਾਸੀ ਤੇ ਚਪੜਾਸਾ ਬਣੇ ਰਹਿਣਾ ਜਿੰਨਾ ਚਿਰ ਆਉਣਾ ਆ, ਭਾਵੇਂ ਸਾਲ 4-4 ਕੇਸ ਲੜਦੇ ਰਹਿਣ ਵਕੀਲਾਂ ਇੱਥੋਂ ਜਾਣੀ ਅਪੀਲਾਂ ਕਰ ਕਰਕੇ। ਅੱਛਾ ਜਿੰਨਾ ਚਿਰ ਤੇ ਹੁਣ ਉਹ ਆ ਨਹੀਂ ਜਾਂਦੀ ਉਹਨਾਂ ਚਿਰ ਇੱਥੇ ਤੜਫਾ ਪਿਆ ਹੀ ਰਹਿਣਾ, ਵਕੀਲਾਂ ਨੂੰ ਫੋਨ ਕਰ, ਇਮੀਗ੍ਰੇਸ਼ਨ ਨੂੰ ਫੋਨ ਕਰ, ਹਾਏ ਕਿਉਂ ਨਹੀਂ ਦਿੰਦੇ ਵੀਜ਼ਾ, ਸਾਰੀ ਤਰ੍ਹਾਂ ਤਿਲ ਲਾ ਕੇ ਪ੍ਰੂਵ ਕਰਨਾ ਇਹ ਤੇ ਮੇਰਾ ਹੀ ਆ, ਇਹ ਤੇ ਮੇਰੀ ਆ, ਇਹ ਤਾਂ ਸਾਡਾ ਵਿਆਹ ਬਹੁਤ ਜੈਨੂਅਨ ਆ। ਜਦੋਂ ਉਹਨੇ ਆ ਕੇ ਇੱਥੇ ਹਫ਼ਤਾ ਨਹੀਂ ਕੱਟਣਾ, ਫਿਰ ਉਹੀ ਬੰਦਾ ਕਹੂ ਜੀ ਹੁਣ ਇਹਨੂੰ ਡਿਪੋਰਟ ਕਰਾਉਣ ਦਾ ਤਰੀਕਾ ਦੱਸੋ। ਵੀ ਆਪ ਸਾਰਾ ਤੇ ਹੁਣ ਜਦੋਂ ਇਮੀਗ੍ਰੇਸ਼ਨ ਵਾਲੇ ਉੱਥੇ ਦਿੱਲੀ ਰਿਫਿਊਜ਼ ਕਰਨ ਫੇਰ ਨਹੀਂ ਆਪਾਂ ਨੂੰ ਟਿਕਾਉਂਦਾ, ਇੱਥੇ ਜਾਣੀ ਫਿਰ ਆਪਾਂ ਅਪੀਲ ਕਰਦੇ ਹਾਂ, ਅਪੀਲ ਰਿਫਿਊਜ਼ ਕਰਨ ਫਿਰ ਆਪਾਂ ਸਾਲੋ ਸਾਲ ਗਾਂਹ ਤੋਂ ਗਾਂਹ ਅਪੀਲਾਂ ਲੜੀ ਜਾਂਦੇ ਹਾਂ ਜਿੰਨਾ ਚਿਰ ਸਫਲ ਨਹੀਂ ਹੋ ਜਾਂਦੇ। ਅੱਛਾ ਜੇ ਤੇ ਹੁਣ ਵੀਜ਼ਾ ਨਹੀਂ ਦਿੰਦੇ ਠੱਗ ਠੱਗਣੀ ਲਾੜੇ ਨੂੰ, ਫੇਰ ਵੀ ਆਪਾਂ ਉਹਨਾਂ ਨੂੰ ਮਾੜਾ ਕਹਿੰਦੇ ਹਾਂ, ਜੇ ਉਹਨਾਂ ਨੇ ਦੇ ਦਿੱਤਾ ਤੇ ਫੇਰ ਵੀ ਅਸੀਂ ਉਹਨਾਂ ਨੂੰ ਹੀ ਮਾੜਾ ਕਹਿੰਦੇ ਹਾਂ ਵੀ ਇਹਨਾਂ ਨੂੰ ਦਿਸਿਆ ਨਹੀਂ। ਉਹ ਭਾਈ ਜੇ ਤੁਹਾਨੂੰ ਆਪ ਨਹੀਂ ਦਿਸਿਆ ਤੇ ਫਿਰ ਉਹ ਕੀ ਦੇਖਣ। ਸੋ ਇਸ ਕਰਕੇ ਇਹਨਾਂ ਮਤਲਬ ਵੱਡੇ ਦੁੱਖਾਂ ਦੇ ਵਿੱਚ ਫਸੇ ਹੋਏ ਪਰਿਵਾਰ ਇੱਥੇ ਲੋਕ ਹੈਗੇ ਆ। ਪਿੱਛੇ ਜੇ ਕਹਿੰਦੇ ਅੱਜ ਮੈਨੂੰ ਕਾਲ ਆਈ ਸੀਗੀ ਕਿ ਮਤਲਬ ਅਜੇ ਪਹਿਲਾਂ ਮਿੱਠੇ ਪਿਆਰੇ ਹੋ ਕੇ 4 ਸਾਲ ਅਪੀਲ ਲੜਦੇ ਰਹੇ ਹਨਾ, ਤੇ ਹੁਣ ਜਾਣੀ ਕਿ ਆ ਗਿਆ ਜੇ 6-7 ਸਾਲ ਮਹੀਨੇ ਹੋ ਗਏ ਆ, 6-7 ਮਹੀਨੇ ਹੋਏ ਜੇ ਮਸੀਂ ਹਨਾ, ਤੇ ਉਹ ਮਤਲਬ ਹੁਣ ਘਰੇ ਨਹੀਂ ਵੜਦਾ ਹਨਾ, ਹੁਣ ਘਰੇ ਨਹੀਂ ਵੜਦਾ, ਆਉਂਦਾ ਹੀ ਨਹੀਂ ਕਈ ਦਿਨ। ਉਹੀ ਬੰਦਾ ਜਿਹੜਾ ਪਹਿਲਾਂ ਤੜਲਿਆਂ ਤੇ ਉਤਰਿਆ ਸੀਗਾ ਵੀ ਮੈਂ ਤੁਹਾਡਾ ਹੀ ਆ, ਮੈਂ ਸਭ ਕੁਛ ਆ ਹਨਾ। ਸੋ ਇੱਥੇ ਕਿੰਨੀਆਂ ਤਰ੍ਹਾਂ ਦੀਆਂ ਕਹਾਣੀਆਂ ਆ ਵੀ ਉੱਥੇ ਜਿੰਨਾ ਚਿਰ ਵਿਅਕਤੀ ਆ ਨਹੀਂ ਜਾਂਦੀ ਉਹ ਚਪੜਾਸੀ ਤੇ ਚਪੜਾਸਣ ਆਪੇ ਹੀ ਬਿਨਾਂ ਕਹਿਣ ਤੋਂ ਹੀ ਬਣੇ ਹੋਏ ਆ ਵੀ ਮੈਂ ਪਹੁੰਚਣਾ ਕੈਨੇਡਾ ਹੱਲੇ। ਪਹੁੰਚ ਕੇ ਫਿਰ ਸਕੀਮਾਂ ਉਹੀ ਜਿਹੜੀਆਂ ਭੈਣਾਂ ਹੁੰਦੀਆਂ ਮਾਵਾਂ ਹੁੰਦੀਆਂ ਉਹਨਾਂ ਦੀਆਂ ਕਮਾਲ ਦੀਆਂ ਤਬੀਅਤਾਂ ਬਦਲਦੀਆਂ ਬਾਅਦ ਦੇ ਵਿੱਚ ਹਨਾ। ਮਤਲਬ ਕਮਾਲ ਦਾ ਇਹ ਕਈ ਵਾਰੀ ਪਰਿਵਾਰ ਰਲ ਕੇ ਅੰਤਰ ਰਚਿਆ ਹੁੰਦਾ। ਮੈਨੂੰ ਹੈਰਾਨ ਆ ਵੀ ਇਹ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਮੱਥਾ ਵੀ ਟੇਕਦੇ ਆ, ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਵੀ ਟੇਕਦੇ ਆ, ਤੇ ਨਾਲ ਸਾਡੇ ਕੰਮ ਆ ਪਰਿਵਾਰਾਂ ਦੇ ਪਰਿਵਾਰ ਉਹੀ ਭੈਣਾਂ ਮਾਵਾਂ ਤੁਰੰਤ ਬਦਲ ਜਾਣਗੀਆਂ ਮਤਲਬ ਬਾਅਦ ਦੇ ਵਿੱਚ ਜਦੋਂ ਸਾਰਾ ਕੰਮ ਹੋਏਗਾ। ਸੋ ਉਸ ਲਿਹਾਜ਼ ਨਾਲ ਇਹ ਘਰ ਦੀ ਕਹਾਣੀ ਆ ਜੀ। ਇਹ ਡੇਲੀ ਬੇਸਿਸ ਤੇ ਕੋਈ ਇਸ ਤਰ੍ਹਾਂ ਦੇ ਦੁੱਖੜੇ ਲੋਕ ਸਾਡੇ ਕੋਲ ਰੋਂਦੇ ਆ, ਸੋ ਸਾਨੂੰ ਭੈਣ ਭਰਾਵਾਂ ਨੂੰ ਅਵੇਅਰ ਕਰਨਾ ਪੈਂਦਾ ਜੀ। 905-813-1320 9005-813-1320 ਕੁਛ ਚੰਦ ਹੋਰ ਖਬਰਾਂ ਨੇ ਉਸ ਵਾਰ ਵਾਈਂਡ ਅਪ ਕਰਦੇ ਜੀ। ਜੌਲ ਸਾਹਿਬ, ਲਿਮਿਟਡ ਸਪਲਾਈ ਆਫ ਡਰੱਗਸ ਆਂਟੇਰੀਓ ਦੇ ਵਿੱਚ ਹਸਪੀਟਲਸ ਦੇ ਵਿੱਚ GTA ਦੇ ਵਿੱਚ ਕੀ ਹਸਪੀਟਲਸ ਦੇ ਵਿੱਚ ਹੁਣ ਲੋਟਰੀ ਸਿਸਟਮ ਯੂਜ਼ ਕਰ ਰਹੇ ਨੇ ਕਿ ਕਿਹਨੂੰ ਕਿਹੜਾ ਡਰੱਗ ਦੇਣਾ ਪੇਸ਼ੈਂਟਾਂ ਨੂੰ। ਇਹ ਹੁਣ ਥੋੜਾ ਜਿਹਾ ਅਲਾਰਮਿੰਗ ਹੋ ਰਿਹਾ ਜੀ। ਹਾਂ ਯੈਸ ਅਰਸ਼, ਇਹ ਨਾ ਦੇਖੋ ਵੀ ਕਿਉਂਕਿ ਹੁਣ ਕੋਵਿਡ ਕਰਕੇ ਹਰ ਤਰ੍ਹਾਂ ਦੀ ਸਪਲਾਈ ਚੇਨ ਆਪਾਂ ਕਹਿੰਦੇ ਵੀ ਮਹਿੰਗਾਈ ਕਿਉਂ ਵਧੀ ਹੋਈ ਹੈ ਜੀ। ਸਪਲਾਈ ਹੈ ਨਹੀਂ, ਸਪਲਾਈ ਲਿਮਿਟਡ ਆ, ਡਿਮਾਂਡ ਓਡੋ ਗ੍ਰੇਡ ਆ। ਅੱਛਾ ਡਿਮਾਂਡ ਓਡੋ ਗ੍ਰੇਡ ਹੀ ਦਵਾਈਆਂ ਦੀ ਵੀ ਆ ਹਨਾ, ਕਿਉਂਕਿ ਹੁਣ ਸੀਨੀਅਰਸ ਘਰਾਂ ਵਿੱਚ ਨੇ ਜਿਹੜੀਆਂ ਰੈਗੂਲਰ ਦਵਾਈਆਂ ਸਾਰਾ ਸਾਲ ਖਾਣੀਆਂ ਹੀ ਆ, ਤੇ ਜਾਂ ਉਧਰ ਹੌਸਪੀਟਲਸ ਦੇ ਵਿੱਚ ਪੇਸ਼ੈਂਟਸ ਹੈਗੇ ਆ ਉਹਨਾਂ ਨੂੰ ਦਵਾਈਆਂ ਦੀ ਲੋੜ ਆ। ਪਰ ਹੁਣ ਦਵਾਈਆਂ ਦੀ ਜਿਹੜੀ ਸਪਲਾਈ ਉਹ ਪਹਿਲਾਂ ਵਾਂਗ ਜਾਣੀ ਰੈਗੂਲਰ ਨਾ ਹੋਣ ਕਰਕੇ, ਲਿਮਿਟਡ ਹੋਣ ਕਰਕੇ ਬਹੁਤ ਸਾਰੇ ਹੌਸਪੀਟਲਸ ਦੇ ਵਿੱਚ ਇਸ ਤਰੀਕੇ ਦੇ ਨਾਲ ਟੋਰਾਂਟੋ ਏਰੀਆ ਦੇ ਵਿੱਚ ਵੀ ਕਰਨਾ ਪੈ ਰਿਹਾ। ਜਿਹੜੀਆਂ ਦਵਾਈਆਂ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਐਡਜਸਟ ਕੀਤੀਆਂ ਜਾ ਰਹੀਆਂ ਵੀ ਕਿਸ ਤਰ੍ਹਾਂ ਪੇਸ਼ੈਂਟਸ ਦੇ ਵਿੱਚ ਡਿਸਟਰੀਬਿਊਟ ਕਰਨੀਆਂ, ਉਹਨਾਂ ਨੂੰ ਰਾਸ਼ਨ ਕੀਤਾ ਜਾ ਰਿਹਾ ਵੀ ਕਿਹੜੇ ਪੇਸ਼ੈਂਟਸ ਨੂੰ ਚਲੋ ਇੱਕ ਦਿਨ ਛੱਡ ਕੇ ਦਈਏ, ਦੂਸਰੇ ਨੂੰ ਦੇ ਦਈਏ, ਲੋਟਰੀ, ਚਲੋ ਉਸ ਤਰ੍ਹਾਂ ਦਾ ਜਿਹੜਾ ਤਰੀਕਾ ਅਪਣਾਉਣਾ ਪ੍ਰੋਫੈਸ਼ਨਲਸ ਨੇ। ਉਸ ਲਿਹਾਜ਼ ਨਾਲ ਲੇਕਿਨ ਕਿ ਇਹ ਆ ਵੀ ਅਰਸ਼ ਜਿਹੜਾ ਇਹ ਡਾਕਟਰਸ ਤੇ ਫਾਰਮੇਸੀਜ਼ ਵੀ ਪਤਾ ਲੱਗ ਰਿਹਾ ਵੀ ਓਨਟਾਰੀਓ ਦੇ ਵਿੱਚ ਇੱਕ ਦੂਸਰੇ ਨਾਲ ਕੋਆਰਡੀਨੇਟ ਕਰ ਰਿਹਾ ਵੀ ਜਿਹੜੀ ਦਵਾਈ ਦੀ ਮਤਲਬ ਕਿ ਸਪਲਾਈ ਫਾਰਮੇਸੀਜ਼ ਦੇ ਵਿੱਚ ਘੱਟ ਆ, ਡਾਕਟਰ ਉਹਨੂੰ ਘੱਟ ਲਿਖਣ ਤਾਂ ਕਿ ਵੀ ਜਾਣੀ ਹਨਾ ਉਸ ਤਰੀਕੇ ਨਾਲ ਉਹਨੂੰ ਬੈਟਰ ਯੂਜ਼ ਕੀਤਾ ਜਾ ਸਕੇ ਜਿੰਨੀ ਕੁ ਵੀ ਸਪਲਾਈ ਜਿਹੜੀ ਆ ਉਹ ਮਿਲ ਰਹੀ ਹੈ ਹਾਲ ਦੀ ਘੜੀ। ਸੋ ਇਸ ਕਰਕੇ ਆ ਵੀ ਜਿਹੜੀਆਂ ਇਹ ਅਨਨੈਸੈਸਰੀ ਕਈ ਵਾਰੀ ਅਸੀਂ ਦਵਾਈਆਂ ਦੇ ਨਾਲ ਆਪਣੀਆਂ ਅਲਮਾਰੀਆਂ ਤੇ ਭਰੀਆਂ ਹੁੰਦੀਆਂ ਪਰ ਉਹਨੀਆਂ ਖਾਣੀਆਂ ਨਹੀਂ ਕਈ ਵਾਰੀ ਹੁੰਦੀਆਂ। ਸੋ ਇਸ ਕਰਕੇ ਇਸ ਵੇਲੇ ਜਿਹੜੀ ਸਿਚੁਏਸ਼ਨ ਚੱਲ ਰਹੀ ਹੈ ਥੋੜੀ ਜਿਹੀ ਬੜੀ ਪ੍ਰੀਕੇਅਰ ਆ ਇਹ ਡਰੱਗਸ ਦੀ ਜਾਂ ਕਹ ਲਓ ਮੈਡੀਸਿਨਸ ਦੀ ਟੋਟਲ ਸਪਲਾਈ ਨੂੰ ਲੈ ਕੇ ਕੈਨੇਡਾ ਵਾਈ ਦੀ, ਪਰ ਇੱਥੇ ਟੋਰਾਂਟੋ ਏਰੀਆ 'ਚ ਵੀ। ਔਰ ਇਸ ਨੂੰ ਕਨੈਕਟ ਵੀ ਕੀਤਾ ਜਾਵੇ ਤੇ ਪੀਐਲ ਪਬਲਿਕ ਹੈਲਥ ਹੈਜ਼ ਆਲਸੋ ਸੈਡ ਕਿ ਲਿਮਿਟਡ ਸਟਾਕ ਸਾਡੇ ਕੋਲ ਫਾਈਜ਼ਰ ਵੈਕਸੀਨ ਜੋ ਵੈਕਸੀਨੇਸ਼ਨਸ ਆ ਉਹ ਵੀ ਕਾਫੀ ਘੱਟ ਨੇ ਬਰੈਂਪਟਨ, ਮਿਸਿਸਾਗਾ ਤੇ ਕੈਲਗਰੀ ਦੇ ਵਿੱਚ। ਪਰ ਜਿਸ ਤਰ੍ਹਾਂ ਕਿ ਉਹ ਮਰਸੀਡੀਜ਼ ਕਾਰ ਦੀ ਬੜੀ ਡਿਮਾਂਡ ਹੁੰਦੀ ਸੀ ਨਾ, ਇੱਦਾਂ ਹੀ ਜਿਹਨੂੰ ਫਾਈਜ਼ਰ ਦਾ ਟੀਕਾ ਲੱਗੇ ਉਹਨੂੰ ਬਹੁਤ ਖੁਸ਼ੀ ਹੁੰਦੀ ਵੀ ਮੈਂ ਬਹੁਤ ਹਨਾ ਕਮਾਲ ਹੋ ਗਈ ਮੈਨੂੰ ਫਾਈਜ਼ਰ ਲੱਗ ਗਈ। ਹਾਂਜੀ ਹੁਣ ਉਹਦੀ ਡਿਮਾਂਡ ਵੀ ਜਾਣੀ ਇੰਨੀ ਆ ਵੀ ਹਰ ਇੱਕ ਵਿਅਕਤੀ ਜਾ ਕੇ ਉੱਥੇ ਕਹੋ ਮੈਨੂੰ ਫਾਈਜ਼ਰ ਲਾ ਦਿਓ ਨਹੀਂ ਤੇ ਮੈਂ ਮੁੜ ਜਾਣਾ। ਉਹ ਪਤਾ ਕੀ ਹੈ ਹੁਣ ਉਹ ਦਿਮਾਗ ਦੇ ਵਿੱਚ ਜੌਲ ਸਾਹਿਬ ਉਹੀ ਆਈ ਨਾ, ਬਟ ਹੁਣ ਹੈਲਥ ਸਰਕਾਰ ਤਾਂ ਕਹੀ ਰਹੀ ਕਿ ਦੋਨੋਂ ਤਾਂ ਬਰਾਬਰ ਹੀ ਹੈ ਜੀ, ਉਹ ਲਾ ਲਓ ਕਿ ਆਹ ਲਾ ਲਓ। ਹਾਂਜੀ, ਔਰ ਮੋਡਰਨਾ ਰਾਦਰ ਬੈਟਰ ਆ, ਉਹਦੀ ਸਟਰੋਂਗਰ ਡੋਜ਼ ਆ, ਉਹ ਜ਼ਿਆਦਾ ਝਟਕੇ ਦਿੰਦੀ ਨਾ। ਯੈਸ,
ਸੋ ਇਸ ਕਰਕੇ ਇਹ ਹੈ ਕਿ ਫਾਈਜ਼ਰ ਕਿਉਂਕਿ ਉਹਦੀ ਡਿਮਾਂਡ ਵੀ ਹੈ ਤੇ ਹੁਣ ਉਹਨਾਂ ਨੇ ਥੋੜਾ ਇਸ ਤਰੀਕੇ ਦਾ ਪਲਾਨ ਬਣਾਇਆ ਹੋਇਆ ਕਿਉਂਕਿ ਵੈਕਸੀਨੇਸ਼ਨ ਪ੍ਰੋਸੈਸ ਨੇ ਅੱਗੇ ਚੱਲਣਾ ਜੀ ਫਾਈਜ਼ਰ ਦੀ ਜਿਹੜੀ ਸਪਲਾਈ ਲਿਮਿਟਡ ਹੋਣ ਕਰਕੇ ਪੀਲ ਰੀਜਨ ਦੇ ਵਿੱਚ ਬਰੈਂਪਟਨ ਚ ਮਿਸਿਸਾਗਾ ਤੇ ਕੈਲੀਟਨ ਦੇ ਵਿੱਚ ਅਰਸ਼ ਇਹ ਜਿਹੜੇ 12 ਤੋਂ ਲੈ ਕੇ 29 ਸਾਲ ਦੀ ਉਮਰ ਦੇ ਯੂਥ ਹੈ, ਕਹਿ ਲਓ ਯੰਗ ਹੈ, ਵੀ ਇਹਨਾਂ ਨੂੰ ਫਾਈਜ਼ਰ ਦਿੱਤੀ ਜਾਂਦੀ ਆ ਤੇ 30 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਹੀ ਇਹ ਨੋਟ ਕਰ ਲਿਆ ਜਾਵੇ, ਉੱਥੇ ਜਾ ਕੇ ਫਾਈਜ਼ਰ ਮੰਗੀ ਨਾ ਜਾਵੇ, ਨਹੀਂ ਹੈ। ਸੋ 30 ਸਾਲ ਤੋਂ ਵੱਡੀ ਉਮਰ ਦੇ ਸਾਰੇ ਲੋਕਾਂ ਨੂੰ ਹਾਲ ਦੀ ਘੜੀ ਮੋਡਰਨਾ ਦਿੱਤੀ ਜਾ ਰਹੀ ਆ। ਬਿਲਕੁਲ ਮਾੜੀ ਗੱਲ ਨਹੀਂ, 2 ਕੱਪ ਪਏ ਆ, ਦੋਨਾਂ ਦੇ ਵਿੱਚ ਹੀ ਦੁੱਧ ਆ, 2 ਕੱਪਾਂ ਦਾ ਰੰਗ ਵੱਖ-ਵੱਖ ਆ, ਠੀਕ ਆ। ਇੱਕ ਚ ਖੰਡ ਥੋੜੀ ਜ਼ਿਆਦਾ ਹੈ ਨਹੀਂ ਕੁਛ ਨਹੀਂ ਹੈ, ਸੇਮ ਫਾਰਮੂਲਾ mRNA ਮੈਡੀਸਿਨ ਹੈ ਨਾ, ਇਹ ਜਿਹੜੀ ਵੈਕਸੀਨ ਆ ਦੋਨੋਂ ਹੀ ਮਤਲਬ ਫਾਈਜ਼ਰ ਤੇ ਮੋਡਰਨਾ ਜਿਸ ਤਰ੍ਹਾਂ ਡਾਕਟਰਸ ਐਕਸਪਰਟਸ ਨਹੀਂ ਜੋੜਿਆ। ਸੋ ਇਸ ਤਰ੍ਹਾਂ ਜੀ ਵੀ ਉਹ ਸੇਮ ਜਿਹੜੀ ਇਹ ਵੈਕਸੀਨ ਹੈਗੀ ਆ ਅਲੱਗ-ਅਲੱਗ ਸ਼ੀਸ਼ੀਆਂ ਦੇ ਵਿੱਚੋਂ ਪਾਈ ਹੋਈ ਆ, ਉਹਦੇ ਤੇ ਨਾਂ ਡਿਫਰੈਂਟ ਲਿਖੇ ਹੋਏ ਆ। ਇਹ ਕਹਿਣਾ ਉਹਨਾਂ ਦਾ 30 ਸਾਲ ਤੋਂ ਸਾਰੀ ਉਮਰ ਦੇ ਜਿਹੜੇ ਜ਼ਿਆਦਾ ਹੀ ਲੋਕ ਨੇ ਉਹਨਾਂ ਨੂੰ ਮੋਡਰਨਾ ਮਿਲਣੀ ਆ ਤੇ ਬੱਚੇ ਜਿਹੜੇ ਛੋਟੇ 5 ਤੋਂ 11 ਸਾਲ ਦੀ ਉਮਰ ਦੇ ਉਹਨਾਂ ਨੂੰ ਤਾਂ ਫਾਈਜ਼ਰ ਮਿਲਣੀ ਆ ਕਿਉਂਕਿ ਹੋਰ ਕੋਈ ਉਹਨਾਂ ਲਈ ਅਪਰੂਵਡ ਵੈਕਸੀਨ ਨਹੀਂ ਹੈਗੀ। ਸੋ ਉਸ ਲਿਹਾਜ਼ ਨਾਲ ਵੈਕਸੀਨੇਸ਼ਨ ਪ੍ਰੋਸੈਸ ਵੀ ਅੱਗੇ ਚੱਲਣਾ, ਪਰ ਸਪਲਾਈ ਹਾਲ ਦੀ ਘੜੀ ਫਾਈਜ਼ਰ ਦੀ ਥੋੜੀ ਲਿਮਟਡ ਹੈ ਜੀ। ਆਲਰਾਈਟ, ਤੁਸੀਂ ਕੋਈ ਵੀ ਗੱਲਬਾਤ ਜੌਲ ਸਾਹਿਬ ਨਾਲ ਕਰਨਾ ਚਾਹੁੰਦੇ ਹੋ, ਕੋਈ ਟ੍ਰੈਫਿਕ, ਕੋਈ ਵੀ ਕਮਿਊਨਿਟੀ ਇਨਫੋਰਮੇਸ਼ਨ ਤੁਸੀਂ ਵਿਦ ਪ੍ਰੂਫ ਪੇਸ਼ ਕਰਨਾ ਚਾਹੁੰਦੇ ਹੋ, ਇਹਨਾਂ ਦੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ। 4168953784 4168953784 ਤੇ ਤੁਸੀਂ ਜੌਲ ਸਾਹਿਬ ਨੂੰ ਹਾਈ ਹੈਲੋ ਕਰਕੇ ਆਪਣਾ ਨਾਮ ਭੇਜ ਕੇ ਇਹਨਾਂ ਦੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਜੌਲ ਸਾਹਿਬ please be safe, do not go out and have a wonderful day. Thank you so much ਜੌਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।